ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸਾ, ਜਿਸਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਵੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕਾ ਵੰਦਨਾ, ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ, ਤਿਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਬ ਤੇਰੀ ਪੂਰੀ ਭਈ ਸੇਵਾ, ਕਰੇ ਰੁਝਾਵਨ ਬਹੁ ਗੁਰਦੇਵਾ। ਬੈਠੋ ਭਜਨ ਕਰੋ ਪ੍ਰਭ ਕੀਰਾ, ਜਨਮ ਮਰਨ ਕਾਟਿਓ ਅਬ ਤੇਰਾ। ਅਬ ਤੇਰੀ ਪੂਰੀ ਭਈ ਸੇਵਾ। ਚਵਰ ਛਤਰ ਤਖਤ ਕੇ ਮਾਲਕ, ਗੁਰਤਾ ਗੱਦੀ ਉੱਪਰ ਸੁਭਾਇਮਾਨ ਦਸਾਂ ਪਾਤਸ਼ਾਹੀਆਂ ਦੇ ਆਤਮਿਕ ਸਰੂਪ ਜੁਗੋ ਜੁਗ ਅਟਲ। ਗਰੀਬ ਨਵਾਜ ਗੁਰੂ ਸਾਹਿਬ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਾਰੇ ਉਪਕਾਰੀ। ਮੇਰੀ ਪੀਰੀ ਦੇ ਮਾਲਕ ਸਤਿਗੁਰੂ, ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਗੁਰਦੁਆਰਾ ਸ੍ਰੀ ਗੁਰੂਸਰ ਸਾਹਿਬ ਵਿਖੇ ਰਾਤਰੀ ਦੇ ਪਵਿੱਤਰ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਲਵਾ ਰਹੀ, ਨਤਮਸਤਕ ਹੋ ਰਹੀ ਸਮੂਹ ਗੁਰੂ ਕੀ ਸੰਗਤ ਜੀ, ਵੱਡ ਭਾਗ ਹੈ ਸਤਿਗੁਰਾਂ ਦੇ ਦਰਸ਼ਨ ਦੀਦਾਰ, ਗੁਰਬਾਣੀ ਦੇ ਰਸ ਭਿੰਨੇ ਸ਼ਬਦਾਂ ਦੇ ਕੀਰਤਨ। ਸੋਦਰ ਸ੍ਰੀ ਰਹਿਰਾਸ ਸਾਹਿਬ ਜੀ ਕੀ ਜਾਪ, ਸ਼੍ਰੀ ਮੁਖ ਵਾਕ ਸ਼੍ਰਵਣ ਕਰਕੇ ਲਾਭ ਖੱਟਿਆ, ਲਾਭ ਪ੍ਰਾਪਤ ਕੀਤਾ। ਚੱਲ ਰਹੀ ਗੁਰ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਦਾ ਸਮਾਂ। ਆਓ ਪਾਵਨ ਗੁਰ ਇਤਿਹਾਸ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰੂ ਕੀ ਬਖਸ਼ਿਸ਼ ਗੁਰਫਤਿਹ ਵਿੱਚ ਸਾਂਝ ਪਾਓ, ਅਸ਼ੀਸ਼ ਬਖਸ਼ੋ, ਬੁਲੰਦ ਆਵਾਜ਼ ਵਿੱਚ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਗੇ ਪ੍ਰਸੰਗ ਆਰੰਭ ਕਰਨ ਤੋਂ ਪਹਿਲਾਂ ਕੱਲ ਵਿਚਾਰ ਵਿੱਚ ਆਏ ਪ੍ਰਸੰਗ ਦੀ
ਸੰਖੇਪ ਮਾਤਰ ਸਾਂਝ ਪਾਈਏ ਦੁਹਰਾ ਲਈਏ ਤਾਂ ਕਿ ਲੜੀ ਜੁੜ ਜਾਵੇ। ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਕਰ ਕਮਲਾਂ ਨਾਲ ਵਸਾਏ ਸ਼ੁਭ ਨਗਰ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਸੁਭਾਇਮਾਨ ਹੈ। ਅਨੇਕਾਂ ਕੌਤਕ ਕਰ ਰਹੇ ਹਨ। ਬਾਬਾ ਬਿਧੀ ਚੰਦ ਸਾਹਿਬ ਨੇ ਮਾਤਾ ਨਾਨਕੀ ਜੀ ਦੇ ਹੁਕਮ ਕਰਨ ਤੇ ਆਪਣੀ ਸਿੱਖ ਸੱਜਣ ਤੋਂ ਪਹਿਲਾਂ ਦੀ ਗਾਥਾ ਸੁਣਾਈ, ਜੋ ਕੰਮ ਕੀਤੇ, ਜੋ ਕਾਰਜ ਕੀਤੇ। ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਦੇ ਬਚਨ ਮੰਨ ਕੇ ਸਤਿਗੁਰਾਂ ਦੀ ਪ੍ਰਸੰਨਤਾ ਪ੍ਰਾਪਤ ਕੀਤੀ। ਗਰੀਬ ਨਵਾਜ ਨੇ ਸੀਸ ਤੇ ਬਖਸ਼ਿਸ਼ਾਂ ਦਾ ਹੱਥ ਰੱਖ ਕੇ ਲੇਖਾਂ ਦੇ ਵਿੱਚ ਜੋ ਚੋਰੀ ਦੀ ਕਿਰਤ ਸੀ ਉਹ ਮਿਟਾਈ ਹੈ, ਔਰ ਸ਼ੁਭ ਬਚਨ ਇਹ ਕੀਤੇ ਕਿ ਅੱਜ ਤੋਂ ਬਾਅਦ ਚੋਰੀ ਨਹੀਂ ਕਰੋਗੇ, ਔਰ ਗੁਰੂ ਘਰ ਦੇ ਅਨੇਕਾਂ ਕਾਰਜਾਂ ਦੇ ਵਿੱਚ ਸੇਵਾ ਨਿਭਾਓਗੇ। ਆਪ ਇਸ ਭਵਜਲ ਸੰਸਾਰ ਦੇ ਵਿੱਚੋਂ ਤਰ ਕੇ ਹੋਰਨਾਂ ਅਨੇਕਾਂ ਪ੍ਰਾਣੀਆਂ ਨੂੰ ਗੁਰੂ ਚਰਨਾਂ ਨਾਲ ਜੋੜ ਕੇ ਸੰਸਾਰ ਵਿੱਚੋਂ ਉਤਾਰੋਗੇ। ਇਉਂ ਬਖਸ਼ਿਸ਼ਾਂ ਪ੍ਰਾਪਤ ਹੋਈਆਂ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਪਾਸ ਇੱਕ ਬਾਲੂ ਨਾਮ ਦਾ ਸਿੱਖ ਰਹਿੰਦਾ। ਇਹਦਾ ਪ੍ਰਸੰਗ ਕੱਲ ਵਿਚਾਰ ਵਿੱਚ ਆਇਆ ਸੀ। ਇਹ ਸ਼ੁਭ ਮਤੇ ਵਾਲੇ ਸੰਤ ਬਿਰਤੀ ਵਾਲੇ ਸਤਿਗੁਰਾਂ ਦੇ ਸਿੱਖ ਹਨ। ਕਦੇ ਸਤਿਗੁਰਾਂ ਵਾਲੇ ਪਾਸੇ ਨੂੰ ਆਪਣਾ ਪਿੱਛਾ ਨਹੀਂ ਕਰਦੇ, ਪਿੱਠ ਨਹੀਂ ਕਰਦੇ, ਹਮੇਸ਼ਾ ਸਤਿਗੁਰਾਂ ਦੇ ਸਨਮੁਖ ਰਹਿੰਦੇ ਹੈ। ਜਦੋਂ ਸਤਿਗੁਰਾਂ ਨੂੰ ਨੇਤਰਾਂ ਨਾਲ ਵੇਖਦੇ ਆ, ਦਰਸ਼ਨ ਕਰਦੇ ਆ, ਮੁਸਕਰਾ ਪੈਂਦੇ ਆ, ਹੱਸ ਪੈਂਦੇ ਆ। ਮੁੱਖ ਖਿੜਿਆ ਰਹਿਣ ਕਰਕੇ ਗਰੀਬ ਨਵਾਜ ਨੇ ਇਸ ਨੂੰ ਹਸਨਾ ਦਾ ਖਿਤਾਬ ਦਿੱਤਾ, ਔਰ ਨਾਮ ਬਾਲੂ ਹਸਨਾ ਰੱਖਿਆ। ਔਰ ਇਹਨਾਂ ਦੀ ਸੇਵਾ ਬਾਬਾ ਸ਼੍ਰੀ ਚੰਦ ਸਾਹਿਬ ਤੋਂ ਬਖਸ਼ਿਸ਼ਾਂ ਪ੍ਰਾਪਤ ਕਰ ਚੁੱਕੇ ਸਤਿਗੁਰਾਂ ਦੇ ਵੱਡੇ ਸੁਪੁੱਤਰ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਸਾਹਿਬ ਨੂੰ ਇਹਨਾਂ ਦੇ ਤਾਈਂ ਸੌਂਪ ਕੇ ਉਹਨਾਂ ਦੇ ਚਰਨਾਂ ਵਿੱਚ ਸੇਵਾ ਲਾਈ। ਪ੍ਰੇਮ ਵਾਲੇ ਸਿੱਖ ਨੇ ਜਿਸ ਤਰੀਕੇ ਨਾਲ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੇਵਾ ਨਿਭਾਈ ਸੀ, ਉਸੇ ਤਰੀਕੇ ਬਾਬਾ ਗੁਰਦਿੱਤਾ ਸਾਹਿਬ ਜੀ ਦੀ ਸੇਵਾ ਨਿਭਾਈ ਹੈ। ਬਾਬਾ ਗੁਰਦਿੱਤਾ ਸਾਹਿਬ ਜੀ ਦੀ ਪ੍ਰਸੰਨਤਾ ਪ੍ਰਾਪਤ ਕੀਤੀ। ਜਿਵੇਂ ਬਾਬਾ ਸ਼੍ਰੀ ਚੰਦ ਸਾਹਿਬ ਨੇ ਆਪਣੇ ਸਥਾਨ ਤੇ ਉਦਾਸੀਨ ਸੰਪਰਦਾਇ ਦੀ ਅਗਵਾਈ ਬਾਬਾ ਗੁਰਦਿੱਤਾ ਸਾਹਿਬ ਨੂੰ ਬਖਸ਼ੀ ਸੀ, ਇਉਂ ਹੀ ਸਤਿਕਾਰਯੋਗ ਬਾਬਾ ਸ਼੍ਰੀ ਗੁਰਦਿੱਤਾ ਸਾਹਿਬ ਨੇ ਉਦਾਸੀਨ ਸੰਪਰਦਾਇ ਦੇ ਜਿਹੜੇ ਚਾਰ ਮੁਖੀ ਸਾਧੂ ਮਹਾਤਮਾ ਥਾਪੇ, ਉਹਨਾਂ ਵਿੱਚੋਂ ਇੱਕ ਬਾਬਾ ਬਾਲੂ ਹਸਨਾ ਜੀ ਸੀ, ਜਿਨ੍ਹਾਂ ਦੀ ਸੇਵਾ 'ਤੇ ਪ੍ਰਸੰਨ ਹੋ ਕਰਕੇ ਉਹਨਾਂ ਨੂੰ ਇਹ ਮਹਾਨ ਵਡਿਆਈ ਦਿੱਤੀ। ਔਰ ਆ ਕਰਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਬਾਬਾ ਗੁਰਦਿੱਤਾ ਸਾਹਿਬ ਨੇ ਅਰਜ਼ ਕੀਤੀ, ਦੱਸਿਆ ਕਿ ਮਹਾਰਾਜ, ਜੋ ਬਖਸ਼ਿਸ਼ਾਂ ਮੈਨੂੰ ਬਾਬਾ ਸ਼੍ਰੀ ਚੰਦ ਸਾਹਿਬ ਨੇ ਕੀਤੀਆਂ ਸਨ, ਉਹ ਮੈਂ ਅੱਗੇ ਬਾਲੂ ਹਸਨਾ ਜੀ ਦੇ ਉੱਪਰ ਕਰ ਦਿੱਤੀਆਂ। ਸਤਿਗੁਰੂ ਪ੍ਰਸੰਨ ਹੋਏ। ਬਾਲੂ ਹਸਨਾ ਜੀ ਨੂੰ ਵਰ ਦੇ ਬਚਨ ਕੀਤੇ ਕਿ ਅੱਜ ਤੋਂ ਬਾਅਦ ਤੁਸੀਂ ਕੋਈ ਸੇਵਾ ਨਹੀਂ ਕਰਨੀ, ਤੁਹਾਡੀ ਸੇਵਾ ਸੰਪੰਨ ਹੋਈ ਹੈ। ਔਰ ਇੱਕ ਜਗ੍ਹਾ 'ਤੇ ਗੁਰੂਦੁਆਰੇ ਬੈਠ ਕਰਕੇ ਪਰਮੇਸ਼ਰ ਦਾ ਸਿਮਰਨ ਕਰਨਾ ਹੈ।
ਬੇਅੰਤ ਪ੍ਰਾਣੀਆਂ ਨੂੰ ਤੁਸੀਂ ਤਾਰਨਾ, ਤੁਸੀਂ ਮੁਕਤ ਹੋਏ, ਸੁਖੀ ਹੋਏ। ਸੋ ਇੱਥੋਂ ਤੱਕ ਆਪਾਂ ਕੱਲ ਇਹ ਪ੍ਰਸੰਗ ਸ਼ਰਵਣ ਕੀਤਾ ਸੀ। ਅੱਗੇ ਜਿਸ ਤਰੀਕੇ ਦੇ ਨਾਲ ਪਾਵਨ ਪਵਿੱਤਰ ਗੁਰ ਇਤਿਹਾਸ ਦੀ ਉੱਤਮ ਵਿਚਾਰ ਕਥਾ ਆ ਰਹੀ ਹੈ, ਆਓ ਮਨ ਚਿਤ ਬਿਰਤੀਆਂ ਇਕਾਗਰ ਕਰੀਏ। ਗਰੀਬ ਨਵਾਜ ਗੁਰੂ ਸਾਹਿਬ ਜੀ ਦੇ ਜੀਵਨ ਕੌਤਕਾਂ ਦੀ ਕਥਾ ਦੇ ਨਾਲ ਜੁੜ ਕੇ ਨਿਹਾਲ ਹੋਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ ਅਬ ਤੇਰੀ ਪੂਰੀ ਭਈ ਸੇਵਾ। ਗਰੀਬ ਨਵਾਜ ਗੁਰੂ ਸਾਹਿਬ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ, ਮੀਰੀ ਪੀਰੀ ਦੇ ਮਾਲਕ ਸੱਚੇ ਪਾਤਸ਼ਾਹ ਨੇ ਬਾਬਾ ਬਾਲੂ ਹਸਨਾ ਪ੍ਰਤੀ ਇਹ ਸ਼ੁਭ ਬਚਨ ਕੀਤੇ, ਵਰ ਦੇ ਬਚਨ ਕੀਤੇ ਕਿ ਅੱਜ ਤੋਂ ਬਾਅਦ ਤੇਰੀ ਸੇਵਾ ਪੂਰੀ ਹੋਈ, ਸਫਲੀ ਹੋਈ, ਸੰਪੰਨ ਹੋਈ ਹੈ। ਕਰੇ ਰਜਾਵਨ ਬਹੁ ਗੁਰ ਦੀਵਾ। ਤੂੰ ਦੇਵਾ ਪ੍ਰਕਾਸ਼ ਸਰੂਪ ਗੁਰੂ ਸਾਹਿਬ ਜੀ ਦੇ ਤਾਈਂ ਰਜਾਵਨ ਪ੍ਰਸੰਨ ਕਰ ਲਿਆ ਹੈ ਔਰ ਅਤਿਅੰਤ ਪ੍ਰਸੰਨ ਕਰ ਲਿਆ ਹੈ। ਬੈਠੋ ਭਜਨ ਕਰੋ ਪ੍ਰਭ ਕੇਰਾ। ਇਸ ਕਰਕੇ ਹੁਣ ਤੁਸੀਂ ਇੱਕ ਜਗ੍ਹਾ ਤੇ ਸੁਭਾਇਮਾਨ ਹੋਵੋ, ਸਥਿਤ ਹੋਵੋ, ਵਿਰਾਜੋ ਔਰ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦਾ ਭਜਨ ਕਰਨਾ, ਸਿਮਰਨ ਕਰਨਾ ਹੈ। ਜਨਮ ਮਰਨ ਕਾਟਿਓ ਅਬ ਤੇਰਾ। ਹੁਣ ਤੇਰਾ ਜੰਮਣਾ ਤੇ ਤੇਰਾ ਮਰਨਾ ਇਹ ਅਸੀਂ ਕੱਟ ਦਿੱਤਾ ਹੈ, ਤੇਰੇ ਤਾਈਂ ਮੁਕਤੀ ਦੀ ਦਾਤ ਬਖਸ਼ੀ ਹੈ। ਲੈ ਗੁਰ ਖੁਸ਼ੀ ਦੁਆਰ ਫਿਰ ਰਹਿਓ। ਲੈ ਕਰਕੇ ਗੁਰੂ ਸਾਹਿਬ ਜੀ ਦੀ ਖੁਸ਼ੀ। ਇਹ ਬਾਬਾ ਬਾਲੂ ਹਸਨਾ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਦੇ ਦੱਸੇ ਹੋਏ ਦੁਆਰੇ ਜਿਹੜੀ ਜਗ੍ਹਾ ਤੇ ਮਹਾਰਾਜ ਨੇ ਹੁਕਮ ਕੀਤਾ ਸੀ ਉੱਥੇ ਸਥਿਤ ਹੋ ਗਿਆ ਹੈ, ਟਿਕ ਗਿਆ ਹੈ। ਰਾਤ ਦਿਵਸ ਹਰ ਸਿਮਰਨ ਲਾਹਿਓ। ਹੁਣ ਰਾਤ ਦਿਨ ਉਸ ਪਰਮੇਸ਼ਰ ਦਾ, ਵਾਹਿਗੁਰੂ ਦਾ ਭਜਨ ਕਰਦਾ ਰਹਿੰਦਾ ਹੈ, ਸਿਮਰਨ ਕਰਦਾ ਰਹਿੰਦਾ ਹੈ। ਜਿਮ ਸ੍ਰੀ ਹਰਿ ਗੋਬਿੰਦ ਕਿਰਪਾਲਾ। ਇਸ ਤਰੀਕੇ ਦੇ ਨਾਲ ਕਿਰਪਾਲੂ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਕਰੇ ਉਧਾਰਨ ਸਿੱਖ ਵਿਸਾਲਾ। ਆਪਣੇ ਬੇਅੰਤ ਸਿੱਖਾਂ ਨੂੰ ਗਰੀਬ ਨਵਾਜ ਨੇ ਉਧਾਰਿਆ ਹੈ, ਇਸ ਸੰਸਾਰ ਦੇ ਵਿੱਚੋਂ, ਸਮੁੰਦਰ ਦੇ ਵਿੱਚੋਂ ਪਾਰ ਲਾਇਆ ਜੀ। ਬੈਠੇ ਹੋਤੇ ਦੀਵਾਨ ਮਜਾਰੀ। ਆਓ ਇੱਕ ਦਿਨ ਗਰੀਬ ਨਵਾਜ ਸੱਚੇ ਪਾਤਸ਼ਾਹ ਸੁੰਦਰ ਦੀਵਾਨ ਸਜਾ ਕਰਕੇ ਇਸ ਦੀਵਾਨ ਦੇ ਵਿੱਚ ਸੁਭਾਇਮਾਨ ਸੀ। ਪੈਂਦੇ ਖਾਨ ਆਇਓ ਬਲ ਭਾਰੀ। ਭਾਰੀ ਬਲ ਵਾਲਾ, ਸਰੀਰ ਦੀ ਖੁੱਲ੍ਹੀ ਡੀਲ ਡੌਲ ਵਾਲਾ ਜੋ ਪੈਂਦੇ ਖਾਨ ਹੈ, ਜਿਸ ਨੂੰ ਸਤਿਗੁਰਾਂ ਨੇ ਹੱਥੀਂ ਪਾਲਿਆ, ਕਰ ਕਮਲਾਂ ਦੇ ਨਾਲ ਪਾਲਿਆ ਹੈ, ਇਹ ਸਤਿਗੁਰਾਂ ਦੇ ਪਾਸ ਪੁੱਜਾ ਹੈ। ਹਾਥ ਜੋੜ ਹਰਖਤ ਹੋਏ ਕਹੀ। ਹੱਥ ਜੋੜੇ ਦੋਵੇਂ ਇਸਨੇ, ਬੜਾ ਖੁਸ਼ ਹੋਇਆ। ਖੁਸ਼ ਹੋ ਕੇ ਗਰੀਬ ਨਵਾਜ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਨਮੁਖ ਅਰਜ ਗੁਜ਼ਾਰੀ ਆ, ਬੇਨਤੀ ਕਰਦਾ ਹੈ। ਸੁਤ ਜਨਮਿਓ ਤੁਮ ਕਰੋ ਨਾ ਲਹੇ। ਕਹਿਣ ਲੱਗਾ ਗਰੀਬ ਨਵਾਜ ਸੱਚੇ ਪਾਤਸ਼ਾਹ ਆਪ ਜੀ ਦੀ ਮਿਹਰ ਹੋਈ, ਆਪ ਜੀ ਦੀ ਮਿਹਰ ਸਦਕਾ ਮੇਰੇ ਘਰ ਦੇ ਵਿੱਚ ਪੁੱਤਰ ਨੇ ਜਨਮ ਲਿਆ ਜੀ। ਨਿਜ ਰਸਨਾ ਤੇ ਨਾਮ ਬਖਾਨੋ। ਆਪ ਮਿਹਰ ਕਰੋ, ਆਪਣੀ ਮੁਬਾਰਕ ਰਸਨਾ ਦੇ ਉੱਪਰੋਂ, ਆਪਣੇ ਮੁਖਾਰਬਿੰਦ ਚੋਂ ਉਸ ਦਾ ਜੋ ਸ਼ੁਭ ਨਾਮ ਹੈ ਮੇਰੇ ਪੁੱਤਰ ਦਾ, ਉਹ ਕਿਰਪਾ ਕਰਕੇ ਪ੍ਰਗਟ ਕਰਕੇ ਦੱਸੋ, ਵਖਿਆਨ ਕਰੋ ਜੀ। ਜੀਵਤ ਰਹੇ ਦਾਸ ਨਿਜ ਜਾਨੋ। ਗਰੀਬ ਨਵਾਜ ਜਿੰਨਾ ਚਿਰ ਜਿਉਂਦਾ ਰਹੇ ਸਮਝੋ ਆਪ ਜੀ ਦਾ ਸੇਵਕ ਹੈ, ਆਪ ਜੀ ਦਾ ਦਾਸ ਹੈ। ਪਾਠਾਨ ਗੁਰ ਕੀਨ ਬਖਾਨ। ਉਸ ਸਮੇਂ ਗਰੀਬ ਨਵਾਜ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦਇਆ ਦ੍ਰਿਸ਼ਟੀ ਕਰਕੇ ਵਖਿਆਨ ਕੀਤਾ, ਮਹਾਰਾਜ ਨੇ ਉਚਾਰਨ ਕੀਤਾ। ਪੈਂਦੇ ਖਾਂ ਕੋ ਸਹਿਜੇ ਖਾਨ। ਗਰੀਬ ਨਵਾਜ ਕਹਿਣ ਲੱਗੇ ਪੈਂਦੇ ਖਾਨ ਦਾ ਜੋ ਸੁਪੁੱਤਰ ਹੈ ਉਸ ਦਾ ਨਾਮ ਸਹਿਦੇ ਖਾਨ ਹੋਇਆ। ਇਹ ਸ਼ੁਭ ਨਾਮ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪੈਂਦੇ ਖਾਨ ਦਾ ਆਪਣੀ ਰਸਨਾ ਤੋਂ ਉਚਾਰਨ ਕਰਕੇ ਦੱਸਿਆ ਹੈ। ਤਵ ਸੁਤ ਕੋ ਸੁਤ ਜੋ ਉਪਜੈ ਹੈ। ਗਰੀਬ ਨਵਾਜ ਨੇ ਬਖਸ਼ਿਸ਼ ਕੀਤੀ ਹੈ
ਕਿ ਤੇਰੇ ਪੁੱਤਰ ਦਾ ਅੱਗੇ ਜੋ ਪੁੱਤਰ ਪੈਦਾ ਹੋਏਗਾ, ਭਾਵ ਪੈਂਦੇ ਖਾਨ ਦਾ ਜੋ ਪੋਤਰਾ ਹੋਏਗਾ, ਹਮ ਤੇ ਪਲਟਾ ਸੋ ਪੁਨ ਪੈ। ਉਹ ਫਿਰ ਸਾਡੇ ਪਾਸੋਂ ਬਦਲਾ ਲੈ ਲਏਗਾ। ਪਲਟਾ ਨਾਮ ਬਦਲੇ ਦਾ ਹੁੰਦਾ ਹੈ। ਉਹ ਸਾਡੇ ਪਾਸੋਂ ਬਦਲਾ ਲੈਣਾ ਕਰੇਗਾ। ਸੁਨ ਬਿਸਮਿਓ ਕਹਿ ਪਹਿੰਦੇ ਖਾਨ। ਸੁਣ ਕਰਕੇ ਹੈਰਾਨ ਹੋਇਆ ਪੈਂਦੇ ਖਾਨ, ਅਸਚਰਜ ਹੋ ਗਿਆ। ਹੈਰਾਨ ਹੋ ਕਰਕੇ ਕਹਿਣ ਲੱਗਾ ਹੈ, ਕਹਾ ਬਾਤ ਇਹ ਕੀਨ ਬਖਾਨ। ਕਹਿਣ ਲੱਗਾ ਹੈ ਅੰਤਰਜਾਮੀ ਗਰੀਬ ਨਵਾਜ ਗੁਰੂ ਸਾਹਿਬ ਜੀ, ਆਪ ਜੀ ਨੇ ਇਹ ਕੀ ਬਚਨ ਕਹਿ ਦਿੱਤੇ ਆ ਜੀ। ਤਬ ਗੁਰ ਭਨਿਓ ਨੀਤ ਹੈ ਸੀ। ਉਸ ਸਮੇਂ ਗਰੀਬ ਨਵਾਜ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਕਿ ਨੇਤ ਹੀ ਐਸੀ ਹੈ, ਭਵਿੱਖਤ ਸਮਾਂ ਹੀ ਐਸਾ ਹੈ, ਹੋਣਹਾਰ ਸੋ ਹੋਈ ਹੈ। ਜੋ ਹੋਣਾ ਸੰਸਾਰ ਦੇ ਵਿੱਚ ਵਰਤਣਾ ਹੈ, ਉਹ ਤਾਂ ਵਰਤਣਾ ਹੀ ਵਰਤਣਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਵਿੱਤਰ ਵਾਕ ਹੈ। ਜੋ ਪ੍ਰਾਰਬਧ ਵਿੱਚ ਹੈ ਉਹ ਟਲ ਨਹੀਂ ਸਕਦਾ ਆਪਦੀ ਸਮਰੱਥਾ ਦੇ ਨਾਲ। ਹਾਂ, ਜੇ ਗੁਰੂ ਸਾਹਿਬ ਦੀ ਬਖਸ਼ਿਸ਼ ਹੋ ਜਾਵੇ, ਪ੍ਰਸੰਨਤਾ ਹੋ ਜਾਵੇ, ਉਹ ਗੱਲ ਦੂਸਰੀ ਹੈ। ਗੁਰੂ ਵਿੱਚ ਸਮਰੱਥਾ ਹੈ, ਗੁਰੂ ਵਿੱਚ ਤਾਕਤ ਹੈ। ਗੁਰੂ ਮਿਹਰ ਕਰਕੇ ਟਾਲ ਸਕਦਾ ਪ੍ਰਾਰਬਧ ਦੇ ਤਾਈਂ, ਲੇਖ ਦੇ ਤਾਈਂ। ਕੋਈ ਹੋਰ ਸੰਸਾਰ ਦੇ ਵਿੱਚ ਐਸਾ ਸੂਰਮਾ ਨਹੀਂ ਜਨਮਿਆ ਜੋ ਟਾਲ ਦੇਵੇ। ਜਾਂ ਫਿਰ ਧਾਰਮਿਕ ਗ੍ਰੰਥ ਸੂਝਵਾਨ ਸੰਤ ਮਹਾਤਮਾ ਕਹਿੰਦੇ ਆ ਵੀ ਪ੍ਰਾਰਬਧ ਦੇ ਨਾਲੋਂ ਪੁਰਸ਼ਾਰਥ ਵੱਡਾ ਹੋ ਜਾਵੇ, ਉਹ ਗੱਲ ਦੂਸਰੀ ਹੈ। ਸੋ ਭਗਤ ਸਧਨਾ ਜੀ ਨੇ ਇਸ ਪਰ ਥਾਏ ਆਪਣੇ ਅੰਮ੍ਰਿਤ ਬੋਲ ਜੋ ਉਚਾਰਨ ਕੀਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ, ਉਹਨਾਂ ਨੇ ਉਦਾਹਰਨ ਦਿੱਤੀ ਆ, ਸਿੰਘ ਸਰਣ ਕਤ ਜਾਈਐ ਜੋ ਜੰਬਕ ਗਰਾਸੈ, ਤਉ ਗੁਣ ਕਹਾ ਜਗਤ ਗੁਰਾ ਜੋ ਕਰਮ ਨ ਨਾਸੈ। हे ਮਹਾਰਾਜ ਸੱਚੇ ਪਾਤਸ਼ਾਹ ਜੀ, ਸ਼ੇਰ ਦੇ ਸ਼ਰਨ ਵਿੱਚ ਜਾਣ ਦਾ ਕੀ ਫਾਇਦਾ ਹੋਇਆ ਜੇ ਗਿੱਦੜ ਦਾ ਹੀ ਡਰ ਰਹਿਣਾ ਹੈ। ਜਿਹੜਾ ਸ਼ੇਰ ਦੀ ਸ਼ਰਨ ਚਲਿਆ ਜਾਵੇ, ਜਿਵੇਂ ਉਸ ਦੇ ਉੱਪਰ ਗਿੱਦੜ ਦਾ ਜ਼ੋਰ ਨਹੀਂ ਚੱਲਦਾ, ਗਿੱਦੜ ਦਾ ਬਲ ਨਹੀਂ ਪੈਂਦਾ, ਉਹਨੂੰ ਗਿੱਦੜ ਦਾ ਕੋਈ ਡਰ ਨਹੀਂ ਰਹਿੰਦਾ, ਇਉਂ ਹੀ ਇਹ ਗਰੀਬ ਨਵਾਜ ਜੀ ਜਿਹੜਾ ਆਪ ਦੀ ਸ਼ਰਨ ਆ ਜਾਂਦਾ, ਸਿਮਰਨ ਕਰਦਾ, ਆਪ ਜੀ ਦੇ ਉੱਪਰ ਸ਼ਰਧਾ ਭਾਵਨਾ ਪ੍ਰੇਮ ਰੱਖਦਾ, ਸਿਮਰਨ ਕਰਦਾ, ਭਗਤੀ ਕਰਦਾ, ਇਹ ਤੁਹਾਡਾ ਪਰ ਉਪਕਾਰ ਹੈ ਕਿ ਉਹਨੂੰ ਕਰਮਾਂ ਦਾ ਖਤਰਾ ਨਹੀਂ ਰਹਿੰਦਾ, ਉਹਦੇ ਕਰਮ ਮਿਟ ਜਾਂਦੇ ਆ। ਇਹ ਪਰ ਉਪਕਾਰ ਹੈ ਵੀ ਤੁਸੀਂ ਉਹਦੀ ਪ੍ਰਾਰਬਧ ਵੀ ਬਦਲ ਦਿੰਦੇ ਹੋ। ਸੋ ਪਰ ਗਰੀਬ ਨਵਾਜ ਗੁਰੂ ਸਾਹਿਬ ਜੀ ਇੱਥੇ ਭਵਿੱਖਤ ਬਚਨ ਦੱਸ ਰਹੇ ਆ। ਇਹ ਗਰੀਬ ਨਵਾਜ ਗੁਰੂ ਸਾਹਿਬ ਜੀ ਦੀ ਆਪਣੀ ਖੇਡ ਸੀ, ਮਨੁੱਖੀ ਸਰੀਰ ਸੀ, ਇਸ ਕਰਕੇ ਮਨੁੱਖੀ ਲੀਲਾ ਸੀ। ਵੈਸੇ ਗਰੀਬ ਨਵਾਜ ਜੇ ਮਾਤਾ ਸੁਲੱਖਣੀ ਨੂੰ 7 ਸੁਪੁੱਤਰ ਦੇ ਸਕਦੇ ਹੈ, ਉਹਦੇ ਭਾਗਾਂ ਵਿੱਚ ਨਾ ਹੁੰਦਿਆਂ ਹੋਇਆਂ ਵੀ ਫਿਰ ਹੋਰ ਕਿਸੇ ਦਾ ਕੋਈ ਜ਼ੋਰ ਨਹੀਂ ਹੈ ਵੀ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਜੋਤੀ ਜੋਤ ਸਮਾਉਣ ਦਾ ਕਾਰਨ ਬਣੇ। ਪਰ ਮਨੁੱਖੀ ਸਰੀਰ ਹੈ, ਮਨੁੱਖੀ ਲੀਲਾ ਹੈ। ਗਰੀਬ ਨਵਾਜ ਮਰਿਆਦਾ ਪੁਰਸ਼ੋਤਮ ਹੈ, ਇਸ ਕਰਕੇ ਮਰਿਆਦਾ ਵਿੱਚ ਰਹਿੰਦਿਆਂ ਹੀ ਇਸ ਸੰਸਾਰ ਦੇ ਵਿੱਚ ਅਨੰਤ ਕੌਤਕ ਰਚਾ ਕੇ ਮਾਰਗ ਦਰਸ਼ਨ ਕਰ ਰਹੇ ਆ ਦੁਨੀਆ ਦਾ। ਸੋ 10ਵੇਂ ਜਾਮੇ ਦੇ ਵਿੱਚ ਜੋ ਵਾਪਰਨਾ ਹੈ, ਜੋ ਘਟਨਾ ਘਟਣੀ ਹੈ, ਜੋ ਭਾਣਾ ਵਾਪਰਨਾ ਹੈ, ਉਹਦੇ ਇੱਥੇ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਪਹਿਲਾਂ ਹੀ ਉਸ ਦੇ ਪ੍ਰਥਾਏ ਭਵਿੱਖਤ ਬਚਨ ਕਰ ਦਿੱਤੇ। ਕਿਉਂਕਿ ਜਿਸ ਨੇ ਗਰੀਬ ਨਵਾਜ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਉੱਪਰ ਕਟਾਰ ਨਾਲ ਹਮਲਾ ਕੀਤਾ ਸੀ, ਅਬਚਲ ਨਗਰ ਸ੍ਰੀ ਹਜੂਰ ਸਾਹਿਬ, ਜੋ ਗਰੀਬ ਨਵਾਜ ਸੱਚੇ ਪਾਤਸ਼ਾਹ ਦੇ ਸਾਈਡ ਤੇ ਪੇਟ ਦੇ ਉੱਪਰ ਪਸਲੀਆਂ ਵਾਲੇ ਪਾਸੇ ਉਸ ਜਗ੍ਹਾ ਤੇ ਜੋ ਜ਼ਖਮ ਲੱਗਿਆ ਗਹਿਰਾ, ਉਹ ਜ਼ਖਮ ਗਰੀਬ ਨਵਾਜ ਸੱਚੇ ਪਾਤਸ਼ਾਹ ਦੇ ਜੋਤੀ ਜੋਤ ਸਮਾਉਣ ਦਾ ਕਾਰਨ ਬਣਿਆ। ਸੋ ਉਹ ਵਾਰ ਤੇ ਉਹ ਜ਼ਖਮ
ਇਸੇ ਪੈਂਦੇ ਖਾਨ ਦੇ ਪੋਤਰੇ ਸੈਦੇ ਖਾਨ ਦੇ ਪੁੱਤਰ ਨੇ ਗਰੀਬ ਨਵਾਜ ਗੁਰੂ ਸਾਹਿਬ ਜੀ ਨੂੰ ਦੇਣਾ ਹੈ। ਔਰ ਸੱਚੇ ਪਾਤਸ਼ਾਹ ਨੇ ਮਨੁੱਖੀ ਲੀਲਾ ਇਸ ਸਰੀਰ ਸਮਾਪਤ ਕਰਨ ਦੇ ਲਈ, ਆਪਣੇ ਕੌਤਕ ਸਮਾਪਤ ਕਰਨ ਦੇ ਲਈ, ਸੰਕੋਚਨ ਦੇ ਲਈ ਇਹ ਬਹਾਨਾ ਬਣਾਉਣਾ ਹੈ। ਸੋ ਗਰੀਬ ਨਵਾਜ ਦੀਆਂ ਖੇਡਾਂ ਪਰੰਪਰ ਪਾਰ ਹੈ, ਵੈਸੇ ਸਰਬ ਕਲਾ ਸਮਰੱਥ ਹੈ। ਸੋ ਉਹ ਭਵਿੱਖਤ ਜੋ ਹੋਣ ਵਾਲੀ ਘਟਨਾ ਹੈ ਉਸ ਦੇ ਪ੍ਰਥਾਏ ਬਚਨ ਕਰਦੇ ਆ ਜੀ। ਸੁਣ ਬਿਸਮਿਓ ਕਹਿ ਪਹਿੰਦੇ ਖਾਨ, ਸੁਣ ਕਰਕੇ ਹੈਰਾਨ ਹੋ ਗਿਆ ਪੈਂਦੇ ਖਾਨ, ਹੈਰਾਨ ਹੋ ਕੇ ਕਹਿਣ ਲੱਗਾ, ਕਹਾ ਬਾਕ ਇਹ ਕੀਨ ਬਖਾਨ। ਗਰੀਬ ਨਵਾਜ ਗੁਰੂ ਸਾਹਿਬ ਜੀ ਕਿੱਥੇ ਇਹ ਕੀ ਬਚਨ ਤੁਸੀਂ ਵਖਿਆਨ ਕਰ ਦਿੱਤੇ, ਕਿਹੜੇ ਬਚਨ ਕਹੇ ਆ ਜੀ। ਸਭ ਗੁਰ ਭਨਿਓ ਨੀਤ ਹੈ ਐਸੀ। ਉਸ ਸਮੇਂ ਗਰੀਬ ਨਵਾਜ ਗੁਰੂ ਸਾਹਿਬ ਜੀ ਨੇ ਬਚਨ ਕੀਤਾ, ਵਿਧੀ ਐਸੀ ਹੈ, ਆਉਣ ਵਾਲਾ ਸਮਾਂ ਐਸਾ ਹੀ ਹੈ, ਜਿਸੇ ਨਾ ਮੇਟ ਸਕਹਿ ਕੋ ਕੈਸੀ। ਜਿਹੜੇ ਆਉਣ ਵਾਲੇ ਸਮੇਂ ਨੂੰ ਕੋਈ ਵੀ ਕਿਸੇ ਵੀ ਪ੍ਰਕਾਰ ਮਿਟਾ ਨਹੀਂ ਸਕਦਾ ਹੈ, ਟਾਲ ਨਹੀਂ ਸਕਦਾ ਹੈ। ਜਬ ਹੋਈ ਹੈ ਤਬ ਜਾਣਿਓ ਜਾਈ। ਜਿਸ ਸਮੇਂ ਉਹ ਸਮਾਂ ਵਾਪਰੇਗਾ, ਉਹ ਘਟਨਾ ਹੋਏਗੀ, ਉਹ ਭਾਣਾ ਵਰਤੇਗਾ, ਉਸ ਸਮੇਂ ਸਾਰਾ ਸੰਸਾਰ ਤਮਾਮ ਦੁਨੀਆ ਜਾਣ ਲਏਗੀ। ਸੁਣ ਦੀਵਾਨ ਸਗਰੋ ਬਿਸਮਾਏ। ਸੁਣ ਕਰਕੇ ਜਿੰਨੀ ਦੀਵਾਨ ਦੇ ਵਿੱਚ ਸੰਗਤ ਸੀ, ਸੰਗਤ ਦਾ ਇਕੱਠ ਸੀ, ਸਾਰੀ ਦੀ ਸਾਰੀ ਸੰਗਤ ਹੈਰਾਨ ਹੋਈ। ਦੋਹਰਾ ਤਣੁਜਾ ਪੈਂਦੇ ਖਾਨ ਕੀ, ਬਰ ਕੀ ਉਚਿਤ ਪਛਾਨ। ਇਧਰ ਗਰੀਬ ਨਵਾਜ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ, ਗਰੀਬ ਨਵਾਜ ਦੇ ਜੀਵਨ ਦੇ ਕੌਤਕਾਂ ਦਾ ਅਗਲਾ ਪ੍ਰਸੰਗ ਆਰੰਭ ਹੁੰਦਾ ਹੈ। ਸੱਚੇ ਪਾਤਸ਼ਾਹ ਜੀ ਨੇ ਵੇਖਿਆ ਕਿ ਪੈਂਦੇ ਖਾਨ ਦੀ ਤਣਜਾ ਨਾਮ ਸੁਪੁੱਤਰੀ ਦਾ, ਇਸ ਦੀ ਧੀ ਵਿਆਹਣ ਦੇ ਯੋਗ ਹੋ ਗਈ ਹੈ। ਛੋਟੇ ਮੀਰ 100 ਗ੍ਰਾਮ ਬਹਿ, ਬਸ ਹੈ ਇੱਕ ਪਠਾਨ। ਛੋਟੇ ਮੇਰ ਨਗਰ ਦੇ ਵਿੱਚ ਇੱਕ ਪਠਾਨਾਂ ਦਾ ਘਰ ਵਸਦਾ ਹੈ, ਜੋ ਇਹਨਾਂ ਦੀ ਜਾਤ ਹੈ ਉਹ ਪਠਾਨ ਹੈ ਮੁਸਲਮਾਨਾਂ ਦੀ। ਇਹ ਨਾਮ ਖਾਨ ਸਮਾਨਾ, ਉਸ ਦਾ ਨਾਮ ਅਸਮਾਨ ਖਾਨ ਹੈ ਜੀ। ਬੈ ਖੋੜਸ ਬਰਖਣ ਜਾਨਾ। ਉਹ ਉਸ ਪਰਿਵਾਰ ਦੇ ਵਿੱਚ ਜਨਮੇ ਅਸਮਾਨ ਖਾਨ ਲੜਕੇ ਦੀ ਉਮਰ 16 ਸਾਲਾਂ ਦੀ ਆਯੂ ਹੈ। ਸੋ ਪਦਰ ਸਮੇਤ ਬਸੰਤਾ। ਉਹ ਉੱਥੇ ਇਸ ਨਗਰ ਦੇ ਵਿੱਚ ਆਪਣੇ ਪਿਤਾ ਦੇ ਸਮੇਤ ਰਹਿੰਦਾ ਹੈ ਜੀ। ਸਾਹ ਜਾ ਕਰੀ ਬੰਤਾ। ਔਰ ਬਾਦਸ਼ਾਹ ਸ਼ਾਹਜਹਾਨ ਦੇ ਪਾਸ ਇਹ ਨੌਕਰੀ ਕਰਦਾ ਹੈ। ਜਿਹੜਾ ਦਾ ਪਰਿਵਾਰ ਹੈ ਉਸਮਾਨ ਖਾਨ ਦਾ, ਇਹ ਸ਼ਾਹਜਹਾਨ ਦੇ ਪਾਸ ਨੌਕਰ ਹੈ। ਸਨਮਾਨ ਸਮੇਤ ਮਹਾਨਾ। ਬਹੁਤ ਧਨ ਸੰਪत्ति ਦੇ ਵਿੱਚ ਨਿਪੁੰਨ ਹੈ ਔਰ ਬੜਾ ਸਨਮਾਨ ਹੈ ਇਹਨਾਂ ਦਾ ਆਪਣੇ ਇਸ ਨਗਰ ਦੇ ਵਿੱਚ, ਇਲਾਕੇ ਦੇ ਵਿੱਚ। ਧਨ ਸਾਹੋ ਦੀਤਾ ਭਟ ਜਾਨਾ। ਜੋ ਬਾਦਸ਼ਾਹ ਸ਼ਾਹਜਹਾਂ ਹੈ ਇਹਨਾਂ ਦੇ ਤਾਈਂ ਭਾਰੀ ਮਾਤਰਾ ਦੇ ਵਿੱਚ ਧਨ ਇਹਨਾਂ ਦੇ ਤਾਈਂ ਦਿੰਦਾ ਹੈ। ਨਿਜ ਸਮਤਾ ਭਲੀ ਪਛਾਨੀ। ਜਦੋਂ ਪੈਂਦੇ ਖਾਨ ਨੇ ਪਛਾਣਿਆ ਵੀ ਇਹ ਭਲੀ ਪ੍ਰਕਾਰ ਮੇਰੇ ਬਿਲਕੁਲ ਬਰਾਬਰ ਦੇ ਹਨ। ਧਨ ਬੈ ਸੁੰਦਰ ਮਾਨੀ। ਕੁਲ ਉੱਤਮ ਹੈ, ਸਾਡੇ ਕੁਲ ਦੀ ਨਿਆਈ ਉੱਚੀ ਹੈ। ਜਿੰਨਾ ਧਨ ਸਾਡੇ ਪਾਸ ਹੈ ਓਨਾ ਹੀ ਧਨ ਇਹਨਾਂ ਦੇ ਪਾਸ ਹੈ। ਜਿੰਨੀ ਮੇਰੀ ਪੁੱਤਰੀ ਦੀ ਉਮਰ ਹੈ ਓਨੀ ਇਸ ਲੜਕੇ ਦੀ ਵੀ ਉਮਰ ਹੈ। ਇਹ ਸਾਰੇ ਗੁਣ ਇਹਨਾਂ ਦੇ ਆਪਸਰੀ ਦੇ ਵਿੱਚ ਜਦੋਂ ਮਿਲਦੇ ਵੇਖੇ ਹਨ। ਤਬ ਪੈਂਦੇ ਖਾਨ ਕਰ ਨਾਤਾ। ਉਸ ਸਮੇਂ ਫਿਰ ਪੈਂਦੇ ਖਾਨ ਨੇ ਆਪਣੀ ਲੜਕੀ ਦਾ, ਆਪਣੀ ਧੀ ਦਾ ਇਹਦੇ ਨਾਲ ਰਿਸ਼ਤਾ ਕਰ ਦਿੱਤਾ, ਉਸਮਾਨ ਖਾਨ ਦੇ ਨਾਲ। ਦੇ ਸੁਤਾ ਸੋਕੀਨ ਜਮਾਤਾ। ਉਸ ਦੇ ਤਾਈਂ ਆਪਣੀ ਪੁੱਤਰੀ ਨੂੰ ਵਿਆਹ ਕਰਕੇ ਉਸ ਨੂੰ ਆਪਣਾ ਜਵਾਈ ਬਣਾ ਲਿਆ। ਤਤਕਾਲ ਨਿਕਾਹ ਕਰਾਇਓ। ਔਰ ਤਤਕਾਲ ਛੇਤੀ ਦੇ ਨਾਲ, ਕਾਲੀ ਦੇ ਨਾਲ ਪਛਾਣਦਿਆਂ ਸਾਰ ਰਿਸ਼ਤਾ ਕਰਕੇ ਆਪਣੀ ਪੁੱਤਰੀ ਦਾ ਵਿਆਹ ਇਸ ਦੇ ਨਾਲ ਕਰ ਦਿੱਤਾ ਹੈ। ਘਰ ਆਪਣੇ ਦਿਸੈ ਬਸਾਇਓ। ਔਰ ਆਪਣੇ ਇਸ ਜਵਾਈ ਉਸਮਾਨ ਖਾਨ ਨੂੰ ਆਪਣਾ ਘਰ ਜਵਾਈ ਬਣਾ ਕੇ ਵਸਾ ਲਿਆ ਆਪਣੇ ਪਾਸ ਹੀ। ਸੁਤੋ ਪਜਿਓ ਬਾਰਕ ਸੋਈ। ਔਰ ਇਸ ਦੇ ਘਰ ਦੇ ਵਿੱਚ ਵੀ ਇੱਕ ਪੁੱਤਰ ਪੈਦਾ ਹੋਇਆ ਬਾਲਕ। ਇਹਦੀ ਧੀ ਦੇ ਪਾਸ ਵੀ ਇਸ ਨੂੰ ਰੱਬ ਨੇ ਇੱਕ ਪੁੱਤਰ ਦੀ ਦਾਤ ਦਿੱਤੀ। ਤਨਜਾ ਪਤ ਸੋਤਾ ਸਮਝੋਈ। ਔਰ ਇਹ ਜੋ ਉਸਮਾਨ ਖਾਨ ਹੈ ਤੇ ਪੈਂਦੇ ਖਾਨ ਦੀ ਪੁੱਤਰੀ ਹੈ,
ਭਾਵ ਜਿਹੜਾ ਇਸ ਦੇ ਘਰ ਦੇ ਵਿੱਚ ਪੁੱਤਰ ਜਨਮਿਆ ਸੀ ਉਹ ਵੀ ਅਜੇ ਛੋਟੀ ਉਮਰ ਦਾ ਹੈ, ਉਹ ਵੀ ਇਹਨਾਂ ਦੇ ਨਾਲ ਪੈਂਦੇ ਖਾਣ ਦੇ, ਤੇ ਆਪਣੇ ਧੀ ਜਵਾਈ ਦੇ ਸਮੇਤ ਇਉਂ ਸਤਿਗੁਰਾਂ ਦੇ ਪਾਸ ਰਹਿਣ ਲੱਗ ਪਿਆ। ਤਿਸ ਦੇਖਾ ਰਹਿ ਸੁਖ ਪਾਈ। ਉਹਨਾਂ ਦੇ ਤਾਈਂ ਵੇਖ ਕਰਕੇ ਆਪਣੇ ਪਰਿਵਾਰ ਦੇ ਤਾਈਂ ਸਾਰੇ ਦੇ ਪੁੱਤਰ ਧੀ ਤੇ ਜਮਾਈ ਨੂੰ ਵੇਖ ਕੇ ਬੜਾ ਸੁਖ ਪ੍ਰਾਪਤ ਕਰਦਾ ਹੈ। ਕਰ ਰਾਖਿਓ ਸਦਨ ਜਵਾਈ। ਘਰ ਜਵਾਈ ਬਣਾ ਕਰਕੇ ਰੱਖਿਆ ਹੋਇਆ ਹੈ ਇਸਨੇ ਆਪਣੇ ਜਵਾਈ ਦੇ ਤਾਈਂ। ਜੇ ਗੁਰ ਦੇ ਵਸਤ ਮਹਾਨਾ। ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਤੋਂ ਮਹਾਨ ਵਸਤੂਆਂ ਪ੍ਰਾਪਤ ਕਰ ਲੈਂਦਾ ਹੈ ਬੇਅੰਤ। ਸਭ ਦੇਤ ਤਾਹੇ ਸੁਖ ਮਾਨਾ। ਔਰ ਜਿਹੜੀਆਂ ਵਸਤੂਆਂ ਪ੍ਰਾਪਤ ਕਰਦਾ ਨਾ ਗੁਰੂ ਸਾਹਿਬ ਤੋਂ, ਉਹ ਸਾਰੀਆਂ ਵਸਤੂਆਂ ਅਸਮਾਨ ਖਾਨ ਨੂੰ ਦੇ ਦਿੰਦਾ ਹੈ ਅੱਗੇ। ਆਪ ਗੁਰੂ ਸਾਹਿਬ ਤੋਂ ਪ੍ਰਾਪਤ ਕਰਦਾ ਹੈ ਬਖਸ਼ਿਸ਼ਾਂ, ਪ੍ਰਸੰਨ ਹੋ ਕੇ ਜੋ ਗੁਰੂ ਸਾਹਿਬ ਇਹਨੂੰ ਦਿੰਦੇ ਆ ਇਹ ਅੱਗੇ ਆਪਣੇ ਜਵਾਈ ਦੇ ਤਾਈਂ ਅਰਪ ਦਿੰਦਾ ਹੈ। ਪੈਂਦੇ ਖਾਨ ਕੀ ਦਾਰਾ। ਇਸ ਤਰੀਕੇ ਦੇ ਨਾਲ ਜੋ ਪੈਂਦੇ ਖਾਨ ਦੇ ਘਰ ਵਾਲੀ ਹੈ, ਬਹੁ ਕਰਦਾ ਰਹਿਤ ਨਿਤ ਪਿਆਰਾ। ਉਹ ਵੀ ਆਪਣੇ ਧੀ ਤੇ ਜਵਾਈ ਨੂੰ ਹਰ ਰੋਜ਼ ਹੱਦੋਂ ਵੱਧ ਪਿਆਰ ਕਰਦੀ ਰਹਿੰਦੀ ਹੈ। ਭੋਜਨ ਸਵਾਦਲ ਨਾਨਾ। ਅਨੇਕਾਂ ਤਰੀਕਿਆਂ ਦੇ ਸਵਾਦ ਭੋਜਨ ਪਦਾਰਥ ਬਣਾ ਕਰਕੇ ਅਜਵਾਏ ਆਪਣੀ ਪਾਨਾ। ਆਪਣੇ ਹੱਥਾਂ ਦੇ ਨਾਲ ਆਪਣੇ ਜਵਾਈ ਦੇ ਤਾਈਂ ਖਵਾਉਂਦੀ ਹੈ। ਬੀਤਿਓ ਕੀਤਕ ਕਾਲਾ। ਇਸ ਤਰੀਕੇ ਦੇ ਨਾਲ ਕਿੰਨਾ ਜਿਹੜਾ ਸਮਾਂ ਹੈ ਉਹ ਬਤੀਤ ਹੋ ਗਿਆ। ਮਿਲਾ ਭੋਗ ਹੈ ਆਨੰਦ ਬਸਾਲਾ। ਮਿਲ ਕਰਕੇ ਆਪਣੇ ਪਰਿਵਾਰ ਦੇ ਨਾਲ ਪੈਂਦੇ ਖਾਂ ਅਨੰਤ ਸੁਖ ਪ੍ਰਾਪਤ ਕਰ ਰਿਹਾ ਹੈ, ਸਤਿਗੁਰਾਂ ਦੇ ਪਾਸ ਵਸਦਾ ਹੋਇਆ। ਸ੍ਰੀ ਗੁਰੂ ਬਿਲਾਸ ਕਰਨ ਤੇ। ਇਧਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਵੀ ਅਨੇਕਾਂ ਕੌਤਕਾਂ ਨੂੰ ਧਾਰ ਰਹੇ ਹਨ, ਵਰਤਾ ਰਹੇ ਹਨ। ਚੜ ਜਾਤ ਅਖੀਰ ਕਰਨ ਤੇ। ਗਰੀਬ ਨਵਾਜ ਕਦੇ ਕਦੇ ਚੜ੍ਹਾਈ ਕਰਕੇ ਜਾਂਦੇ ਐ ਔਰ ਸ਼ਿਕਾਰ ਖੇਡਦੇ ਹਨ ਜੀ। ਧਨ ਜੀਵਨ ਜਗਤ ਉਧਾਰੈ। ਅਨੇਕਾਂ ਜੀਵਾਂ ਦਾ ਇਸ ਸੰਸਾਰ ਦੇ ਵਿੱਚ ਜਗਤ ਦੇ ਵਿੱਚ ਗਰੀਬ ਨਵਾਜ ਉਧਾਰ ਕਰਦੇ ਆ, ਪਾਰ ਉਤਾਰਾ ਕਰਦੇ ਹਨ। ਚਰਨ ਤੇ ਬਹਿਰ ਪ੍ਰਹਾਰੈ। ਬਾਹਰ ਵਿਚਰਦੇ ਆ ਔਰ ਵਿਚਰਦਿਆਂ ਹੋਇਆਂ ਅਨੇਕਾਂ ਜੀਆਂ ਦਾ ਵਿਨਾਸ਼ ਕਰਦੇ ਆ। ਇਹ ਉਹ ਪਸ਼ੂ ਪਸ਼ੀ ਜੀਵ ਜੰਤੂ ਹਨ ਜਿਨ੍ਹਾਂ ਦੇ ਕਰਮ ਖੁੱਲ੍ਹੇ ਆ, ਕਈ 100 ਸਾਲ ਦੁਨੀਆਂ ਦੇ ਵਿੱਚ ਪਿਆ ਨੂੰ ਹੋ ਗਏ, ਜਿਨ੍ਹਾਂ ਦੇ ਉਧਾਰ ਦਾ ਸਮਾਂ ਨੇੜੇ ਆਇਆ, ਪਾਰ ਉਤਾਰਾ ਹੋਣਾ ਹੁੰਦਾ ਜਿਨ੍ਹਾਂ ਦਾ। ਜਿਵੇਂ ਮੂਲੇ ਖੱਤਰੀ ਦਾ ਕੀਤਾ ਸੀ ਸਹਿਜ ਦੀ ਜੂਨ ਵਿੱਚ ਪਏ ਹੋਏ ਦਾ, ਐਵੇਂ ਹੀ ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਨੇੜੇ ਹੀ ਆ ਵਜੀਦਪੁਰ ਫਿਰੋਜ਼ਪੁਰ ਨੂੰ ਜਾਂਦੇ ਆ, ਸੋ ਉੱਥੇ ਉਸ ਸਥਾਨ 'ਤੇ ਗਰੀਬ ਨਵਾਜ ਨੇ ਇੱਕ ਬਟੇਰ ਦਾ ਉਧਾਰ ਕੀਤਾ ਸੀ, ਇਉਂ ਹੀ ਇੱਕ ਕਾਂ ਦਾ ਕੀਤਾ ਸੀ, ਹੋਰ ਵੀ ਬੇਅੰਤ ਸਾਖੀਆਂ। ਸੋ ਗਰੀਬ ਨਵਾਜ ਉਧਾਰ ਕਰਦੇ ਸੀ, ਕਿਸੇ ਦੇ ਪ੍ਰਾਣ ਨਾਸ਼ ਨਹੀਂ ਸੀ ਕਰਦੇ। ਇਹ ਸ਼ਿਕਾਰ ਕਰਨ ਦਾ ਕਾਰਨ ਸੀ। ਗੁਰੂ ਸਾਹਿਬ ਦੇ ਤਮਾਮ ਕੌਤਕਾਂ ਦੇ ਪਿੱਛੇ ਕੋਈ ਰਾਜ ਹੈ, ਕੋਈ ਸਮਝ ਹੈ, ਕੋਈ ਸੇਧ ਹੈ। ਸੋ ਉਹ ਮਹਾਨ ਸ਼ਕਤੀਵਾਨ ਸਰਬ ਸਮਰੱਥਾਵਾਨ ਸਨ। ਇਸ ਕਰਕੇ ਇਹ ਤਰਕ ਨਹੀਂ ਕਰਨੀ ਚਾਹੀਦੀ। ਕਈਆਂ ਨੇ ਤੇ ਇਹ ਆਧਾਰ ਬਣਾਇਆ ਵੀ ਗੁਰੂ ਸਾਹਿਬ ਵੀ ਸ਼ਿਕਾਰ ਕਰਦੇ ਹੀ ਰਹੇ ਹੈ ਤੇ ਮਾਸ ਖਾਣ ਦੇ ਵਿੱਚ ਕੀ ਬੁਰਾਈ ਹੈ। ਕਈਆਂ ਨੇ ਤੇ ਇਹ ਆਧਾਰ ਬਣਾ ਲਿਆ ਇਸੇ ਗੱਲ ਨੂੰ ਵੀ ਗੁਰੂ ਸਾਹਿਬ ਜੀ ਸ਼ਿਕਾਰ ਕਰਦੇ ਸੀ, ਇਸ ਕਰਕੇ ਮਾਸ ਦੀ ਵਰਤੋਂ ਕਰ ਲਓ। ਸੋ ਸਾਧ ਸੰਗਤ ਜੀ, ਕੋਈ ਪਰ ਵਿਸ਼ੇਸ਼ ਕਿਸੇ ਤੇ ਤਰਕ ਨਹੀਂ ਹੈ। ਖਾਲਸਾ ਪੰਥ ਸਰਬੋਤਮ ਹੈ। ਜੋ ਪੰਥਕ ਮਤੇ ਆ ਉਹ ਇੱਕ ਵੱਖਰੀ ਗੱਲ ਹੈ, ਪਰ ਜੇ ਕੋਈ ਆਮ ਜੀਵ ਉੱਠ ਕੇ ਕਵੇ ਵੀ ਗੁਰੂ ਸਾਹਿਬ ਜੀ ਸ਼ਿਕਾਰ ਖੇਡਦੇ ਸੀ ਵੀ ਤੇ ਆਪਾਂ ਵੀ ਮਾਸ ਖਾ ਲਈਏ, ਇਹ ਗੱਲ ਨਹੀਂ ਹੋ ਸਕਦੀ। ਗੁਰੂ ਸਾਹਿਬ ਤੇ ਤੱਤੀ ਹੋਈ ਤਵੀ ਤੇ ਵੀ ਫਿਰ ਚੌਂਕੜਾ ਮਾਰ ਕੇ ਬੈਠ ਗਏ ਸਨ। ਤੱਤਾ ਰੇਤਾ ਵੀ ਸੀਸ ਦੇ ਵਿੱਚ ਪਵਾਇਆ ਗਰੀਬ ਨਵਾਜ ਨੇ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਤੇ ਆਪ ਅਕਾਲ ਤਖਤ ਸਾਹਿਬ ਦੀ ਰਚਨਾ ਕੀਤੀ, ਆਪੇ ਆਪਣੀ ਫੌਜ ਤਿਆਰ ਕੀਤੀ। ਗਰੀਬ ਨਵਾਜ ਸੱਚੇ ਪਾਤਸ਼ਾਹ ਦੇ ਪਾਸ ਨਾ ਕੋਈ ਰਾਜ, ਨਾ ਕੋਈ ਫੌਜ ਤੇ ਨਾ ਕੋਈ ਕਿਲਾ ਸੀ, ਪਰ ਫਿਰ ਵੀ 4 ਜੰਗਾਂ ਲੜੀਆਂ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਆਪਣੇ ਆਪ ਨੂੰ ਵੱਡੇ ਵੱਡੇ ਸੂਰਮੇ ਕਹਾਉਂਦੇ ਸੀ ਨਾ, ਅਜਿੱਤ ਮੁਗਲ, ਉਹਨਾਂ ਨੂੰ ਗਰੀਬ ਨਵਾਜ ਨੇ ਜਿੱਤਿਆ ਫਿਰ। ਸੋ ਇਸ ਕਰਕੇ ਜੇ ਕੋਈ ਸੱਚੇ ਪਾਤਸ਼ਾਹ ਜੀ ਦੀ ਬਰਾਬਰੀ ਕਰਨ ਦੀ
ਹਿੰਮਤ ਕਰੇ, ਸੋਚ ਰੱਖੇ ਤੇ ਮੂਰਖਤਾ ਬਣ ਜਾਂਦੀ ਹੈ। ਇਹ ਸਮਝਦਾਰੀ ਨਹੀਂ ਹੁੰਦੀ। ਸੋ ਇਹ ਨਹੀਂ ਕਦੇ ਵੀ ਮਨ ਦੇ ਵਿੱਚ ਰੱਖਣਾ ਵੀ ਗੁਰੂ ਸਾਹਿਬ ਦੀ ਕਿਰਤ ਨੂੰ ਕਿਸੇ ਨੂੰ ਆਧਾਰ ਬਣਾ ਕੇ, ਕਿਉਂਕਿ ਆਪਣੇ ਵਿੱਚ ਉਨੀ ਸਮਰੱਥਾ ਨਹੀਂ ਹੈ। ਆਪਾਂ ਅਲਪਾਗਾਂ ਕਰਮਾਂ ਦੇ ਬੰਧਨ ਦੇ ਵਿੱਚ ਬੱਝੇ ਹੋਏ ਜੀਵ ਹਾਂ। ਗਰੀਬ ਨਵਾਜ ਕਰਮ ਮੁਕਤ ਸੀ, ਸਰਬੱਗ ਸੀ, ਅਕਾਲ ਪੁਰਖ ਪਰਮੇਸ਼ਰ ਦਾ ਸਰੂਪ ਸੀ। ਸੋ ਇਸ ਕਰਕੇ ਜੋ ਪੰਥਕ ਮਰਿਆਦਾ ਹੈ ਉਸੇ ਮੂਜਬ ਚੱਲਣਾ ਚਾਹੀਦਾ ਹੈ। ਸੋ ਉਧਾਰ ਕਰਦਿਆਂ ਹੋਇਆ ਅਨੇਕਾਂ ਜੀਵਾਂ ਦਾ ਗਰੀਬ ਨਵਾਜ ਸੱਚੇ ਪਾਤਸ਼ਾਹ ਸ਼ਿਕਾਰ ਖੇਡਦੇ ਹਨ ਜੀ। ਬਹੁ ਸਿੱਖਨ ਜੇ ਉਪਦੇਸਾ, ਔਰ ਨਾਲ ਨਾਲ ਬਹੁਤ ਸਾਰੇ ਸਿੱਖਾਂ ਨੂੰ ਉਪਦੇਸ਼ ਦੇ ਕੇ ਨਿਹਾਲ ਕਰਦੇ ਆ। ਇਹ ਕਾਟਤ ਜਗਤ ਕਲੇਸ਼ਾ, ਕਿਸੇ ਨਾ ਕਿਸੇ ਦੇ ਸੰਸਾਰ ਦੇ ਵਿੱਚੋਂ, ਜਗਤ ਦੇ ਵਿੱਚੋਂ ਜਿਹੜੇ ਕਲੇਸ਼ ਪਏ ਹੋਏ ਆ ਗਲ ਦੇ ਵਿੱਚੋਂ ਕੱਟਦੇ ਰਹਿੰਦੇ ਆ ਸੱਚੇ ਪਾਤਸ਼ਾਹ। ਬੜ ਤ੍ਰਿਪਤਾ ਭਏ ਰਿਪ ਮਾਰੇ, ਤ੍ਰਿਪਤ ਹੋ ਗਏ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਬੇਅੰਤ ਵੈਰੀਆਂ ਦਾ ਵਿਨਾਸ਼ ਕੀਤਾ। ਜਸ ਦਸ ਦਿਸ ਅਦਕ ਬਥਾਰੇ, ਦਿਸ਼ਾਵਾਂ ਦਿਸ਼ਾ ਦੇ ਵਿੱਚ ਗਰੀਬ ਨਵਾਜ ਸੱਚੇ ਪਾਤਸ਼ਾਹ ਦਾ ਬੇਅੰਤ ਜਸ ਫੈਲ ਗੁਰ ਸੂਰਾ, ਵੱਡੇ ਵੱਡੇ ਮੁਗਲਾਂ ਨੂੰ ਮਾਰ ਕਰਕੇ ਸੂਰਮੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਦਾਸ ਕਾਮਨਾ ਪੂਰਾ, ਆਪਣੇ ਬੇਅੰਤ ਦਾਸਾਂ ਸੇਵਕਾਂ ਦੀਆਂ ਬੇਅੰਤ ਕਾਮਨਾਵਾਂ ਇੱਛਾਵਾਂ ਪੂਰੀਆਂ ਕੀਤੀਆਂ। ਮਨ ਬਿਰਤ ਪੰਥ ਮਹਿਤੈ ਸੀ, ਔਰ ਉਸੇ ਤਰੀਕੇ ਦੇ ਨਾਲ ਪ੍ਰਵਿਰਤੀ ਮਾਰਗ ਦੇ ਉੱਪਰ ਵੀ ਗਰੀਬ ਨਵਾਜ ਸੱਚੇ ਪਾਤਸ਼ਾਹ ਪੂਰੇ ਸਮਰੱਥ ਨਿਪੁੰਨ ਹੈ। ਨਿਰਬਿਰਤ ਵਿਖੈ ਰਹਿ ਜੈਸੀ, ਜਿਸ ਤਰੀਕੇ ਦੇ ਨਾਲ ਨਿਰਵਿਰਤੀ ਦੇ ਵਿੱਚ ਰਹਿੰਦੇ ਹੈ, ਭਾਵ ਰਾਜ ਤੇ ਜੋਗ ਦੋਵਾਂ ਦੇ ਵਿੱਚ ਸક્ષਮ ਹੈ, ਨਿਪੁੰਨ ਹੈ, ਬਾਦਸ਼ਾਹ ਦਰਵੇਸ਼ ਹਨ। ਜੇ ਬੇਅੰਤ ਸੁਖ ਸਾਧਨ ਸਹੂਲਤਾਂ ਪਦਾਰਥ ਗਰੀਬ ਨਵਾਜ ਸੱਚੇ ਪਾਤਸ਼ਾਹ ਦੇ ਪਾਸ ਹੈ ਨਾ, ਤੇ ਜਦੋਂ ਉਹਨਾਂ ਨੂੰ ਛੱਡਣ ਦਾ ਸਮਾਂ ਆਉਂਦਾ ਹੈ ਫਿਰ ਇੱਕ ਖਿੰਨ ਦੇ ਵਿਚਾਰ ਨਹੀਂ ਕਰਦੇ। ਜਿਵੇਂ ਲੋਹਗੜ੍ਹ ਦਾ ਕਿਲ੍ਹਾ ਬਣਾਇਆ ਸੀ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ, ਬੀਬੀ ਵੀਰੋ ਦਾ ਸ਼ੁਭ ਆਨੰਦ ਕਾਰਜ ਸੀ, ਅੰਮ੍ਰਿਤਸਰ ਦੀ ਧਰਤੀ ਤੇ ਰਹਿੰਦੇ ਆ। ਪਰ ਪਹਿਲੇ ਜੰਗ ਦੇ ਸਮੇਂ ਜਦੋਂ ਮੁਗਲਾਂ ਨੇ ਚੜ੍ਹਾਈ ਕੀਤੀ, ਮਠਿਆਈਆਂ ਬਣੀਆਂ ਬਣਾਈਆਂ ਰਹਿ ਗਈਆਂ। ਗਰੀਬ ਨਵਾਜ ਨੇ ਰੰਚਕ ਮਾਤਰ ਵਿਚਾਰ ਨਹੀਂ ਕੀਤੀ। ਸੱਚੇ ਪਾਤਸ਼ਾਹ ਨੇ ਸਭ ਕੁਝ ਤਿਆਗ ਦਿੱਤਾ ਸੱਚ ਦੇ ਹਿੱਤ, ਔਰ ਜੰਗ ਲੜੀ, ਉਸ ਜੰਗ ਦੇ ਜੇਤੂ ਬਣੇ। ਬੀਬੀ ਵੀਰੋ ਜੀ ਦਾ ਆਨੰਦ ਕਾਰਜ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਝਬਾਲ ਨਗਰ ਆ ਕੇ ਕੀਤਾ ਸੰਪੂਰਨ। ਸੋ ਬੜਾ ਸਾਦਾ ਉਹ ਜਿਹੜਾ ਸਾਰਾ ਉੱਥੇ ਪ੍ਰੋਗਰਾਮ ਕੀਤਾ ਹੋਇਆ ਸੀ, ਤਮਾਮ ਦਾ ਤਮਾਮ ਉੱਥੇ ਹੀ ਛੱਡ ਦਿੱਤਾ। ਸੋ ਆਓ ਦਰਵੇਸ਼ਪਣਾ ਵੀ ਪੂਰਨ ਹੈ, ਕਿਸੇ ਵੀ ਪਦਾਰਥ ਦਾ ਕੋਈ ਮੋਹ ਵੀ ਨਹੀਂ ਹੈ ਹਿਰਦੇ ਵਿੱਚ ਤਿਲ ਮਾਤਰ। ਜੇ ਸੱਚ ਦੇ ਲਈ ਤਿਆਗਣਾ ਪੈਂਦਾ ਹੈ, ਹੱਕ ਸੱਚ ਦੇ ਲਈ, ਤਾਂ ਛਿਨ ਮਾਤਰ ਦੇ ਵਿੱਚ ਦੇ ਤਿਆਗ ਕਰ ਦਿੰਦੇ ਆ ਫਿਰ। ਤੇ ਵੈਸੇ ਸੁੱਖ ਸਹੂਲਤਾਂ ਪਦਾਰਥਵਾਦ ਉਹਦੇ ਵਿੱਚ ਨਿਪੁੰਨ ਵੀ ਹੈ। ਜੇ ਗਰੀਬ ਨਵਾਜ ਨੇ ਤਿਆਗ ਦਿੱਤਾ ਸਭ ਕੁਛ, ਤੇ ਫਿਰ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਸਭ ਕੁਝ ਅਪਣਾ ਲਿਆ। ਵੈਰੀਆਂ ਤੋਂ ਅੰਮ੍ਰਿਤਸਰ ਸਾਹਿਬ ਛੁਡਾ ਵੀ ਲਿਆ ਜੰਗ ਜਿੱਤ ਕੇ। ਸੋ ਐਸੇ ਮਹਾਨ ਕਿਰਪਾਲੂ ਦਿਆਲੂ ਹੈ, ਦੋਵੇਂ ਰਸਤਿਆਂ ਦੇ ਵਿੱਚ ਨਿਪੁੰਨ ਹੈ, ਮੀਰੀ ਪੀਰੀ ਦੇ ਮਾਲਕ ਹੈ। ਜਿਉਂ ਧਾਰਮਿਕ ਗ੍ਰੰਥਾਂ ਦਾ ਉਦੇਸ਼ ਹੈ, ਨਿਰੂਪਣ ਹੈ, ਤਨ ਤੀਯ ਧਮ ਧਨ ਧਰਣੀ, ਸਤਿ ਸੰਧ ਕਹਿ ਤ੍ਰਿਣ ਸਮ ਬਰਣੀ। ਸੱਤ ਤੇ ਚੱਲਣ ਵਾਲੇ ਸਾਧੂ ਮਹਾਤਮਾ ਸੰਤ ਮਤੇ ਵਾਲੇ ਅਧਿਆਤਮਿਕ ਪੁਰਸ਼ਾਂ ਦੇ ਵਾਸਤੇ ਘਰ, ਧਨ, ਇਸਤਰੀ, ਪੁੱਤਰ, ਮਹਿਲ, ਜ਼ਮੀਨ, ਜਾਇਦਾਦਾਂ, ਇਹਨਾਂ ਦੀ ਕਦਰ ਕੇਵਲ ਇੱਕ ਤੀਲੇ ਦੀ ਹੁੰਦੀ ਹੈ ਬਸ। ਜਿਵੇਂ ਕੋਈ ਮਨੁੱਖ ਹੱਥ ਦੇ ਵਿੱਚ ਇੱਕ ਘਾਹ ਦਾ ਤੀਲਾ ਫੜ ਲਵੇ ਤੇ ਕਿੰਨਾ ਕੁ ਚਿਰ ਫੜੀ ਰੱਖਦਾ ਸਾਧ ਸੰਗਤ ਜੀ, ਜਦੋਂ ਭੁੱਲ ਜਾਂਦਾ ਕਦੋਂ ਹੱਥ ਦੇ ਵਿੱਚੋਂ ਤਿਆਗ ਦਿੱਤਾ ਕੋਈ ਪਤਾ ਹੀ ਨਹੀਂ ਰਹਿੰਦਾ। ਹੱਥ ਦੇ ਵਿੱਚ ਤਿਨਕਾ ਫੜਿਆ ਹੋਵੇ ਨਾ ਤੀਲਾ, ਕਈ ਵਾਰੀ ਖਿਆਲ ਕਰਿਓ ਮਨੁੱਖ ਦੇ ਹੱਥ ਵਿੱਚ ਤੀਲਾ ਹੁੰਦਾ ਹੈ, ਜਦੋਂ ਹੋਰ ਕੰਮ ਦੇ ਵਿੱਚ ਰੁੱਝ ਜਾਂਦਾ ਹੈ ਹੱਥ ਦੇ ਵਿੱਚੋਂ ਕਦੋਂ ਤੀਲਾ ਸਿੱਟ ਦਿੱਤਾ ਕੋਈ ਯਾਦ ਚੇਤੇ ਨਹੀਂ। ਨਾ ਤੀਲਾ ਅਪਣਾਉਣ ਦਾ ਕੋਈ ਸੁੱਖ ਸੀ ਤੇ ਨਾ ਤੀਲਾ ਅਪਣਾਉਣ ਛੱਡਣ ਦਾ, ਤਿਆਗਣ ਦਾ ਕੋਈ ਦੁੱਖ ਹੋਇਆ। ਇਹ ਸ਼ੁਭ ਮਤੇ ਵਾਲੇ ਸੰਤਾਂ ਦਾ ਸੁਭਾਅ ਐਸਾ ਹੁੰਦਾ ਹੈ, ਜੇ ਪਦਾਰਥਵਾਦ ਧਨ ਦੌਲਤ ਪ੍ਰਾਪਤ ਹੋ ਜਾਵੇ ਤੇ ਉਹ ਉਹਦੇ ਵਿੱਚ ਖੁੱਭਦੇ ਨਹੀਂ ਹਨ।
ਉਸ ਰਸਕਸ ਦੇ ਵਿੱਚ ਫਸ ਨਹੀਂ ਜਾਂਦੇ, ਰੱਬ ਨੂੰ ਨਹੀਂ ਭੁਲਾਉਂਦੇ। ਤੇ ਜੇ ਤਿਆਗਣਾ ਪੈ ਜਾਵੇ ਇਉਂ ਸਹਿਜੇ ਤਿਆਗ ਦਿੰਦੇ ਐ, ਜਿਵੇਂ ਆਮ ਮਨੁੱਖ ਘਾਹ ਦਾ ਤਿਨਕਾ ਸੁੱਟ ਦਿੰਦੇ ਐ ਅਚਨਚੇਤ ਹੀ। ਸੋ ਇਉਂ ਉਹ ਵੀ ਸਭ ਕੁਝ ਤਿਆਗ ਦਿੰਦੇ ਹਨ, ਐਸਾ ਸੁਭਾਅ ਹੁੰਦਾ ਉਹਨਾਂ ਦਾ। ਸੋ ਕਹਿੰਦੇ ਐਸੇ ਦੋਵਾਂ ਰਸਤਿਆਂ ਦੇ ਵਿੱਚ ਜੋਗ ਨਿਪੁੰਨ ਹੈ, ਸਮਰੱਥ ਹੈ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ। ਸ੍ਰੀ ਨਾਨਕ ਅੰਗਦ ਚੰਦਨ। ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਔਰ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਜਿਵੇਂ ਚੰਦਰਮਾ ਦੀ ਨਿਆਈ ਪ੍ਰਕਾਸ਼ਮਾਨ ਹਨ ਜੀ। ਸ੍ਰੀ ਅਮਰਦਾਸ ਸੁਖਕੰਦਨ। ਔਰ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜਿਵੇਂ ਸੁੱਖਾਂ ਦੇ ਖਾਨ ਹੈ। ਗੁਰ ਰਾਮਦਾਸ ਗੁਣ ਖਾਨੀ। ਜਿਸ ਪ੍ਰਕਾਰ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਪਰਉਪਕਾਰਾਂ ਦੇ ਖਜ਼ਾਨੇ ਹੈ। ਇਸ ਸ੍ਰਿਸ਼ਟੀ ਤੇ ਅਨੰਤ ਪਰਉਪਕਾਰ ਕੀਤੇ ਗਰੀਬ ਨਵਾਜ ਨੇ। ਸ੍ਰੀ ਅਰਜਨ ਜਿਮ ਬ੍ਰਹਮ ਗਿਆਨੀ। ਜਿਸ ਤਰੀਕੇ ਨਾਲ ਬ੍ਰਹਮ ਗਿਆਨ ਦੇ ਵਿੱਚ ਨਿਪੁੰਨ ਦ੍ਰਿੜ ਹੈ ਗਰੀਬ ਨਵਾਜ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ। ਉਹ ਨਿਪੁੰਨ ਹੁੰਦਾ ਬ੍ਰਹਮ ਗਿਆਨ ਵਿੱਚ, ਜਿਹਦਾ ਆਪ ਨੂੰ ਤੇ ਜਿਸ ਨੂੰ ਅਪਰੋਕਸ਼ ਦ੍ਰਿੜ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਈ ਹੋਵੇ, ਜਿਹਦੀ ਸੰਗਤ ਦੇ ਵਿੱਚੋਂ ਹੋਰਨਾਂ ਨੂੰ ਵੀ ਅਪਰੋਕਸ਼ ਦ੍ਰਿੜ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਵੇ, ਉਹਨੂੰ ਬ੍ਰਹਮ ਗਿਆਨੀ ਜਣਿਆ ਜਾਂਦਾ ਹੈ। ਸੋ ਆਪ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਦ੍ਰਿੜਾ ਬ੍ਰਹਮ ਗਿਆਨ ਦੇ ਵਿੱਚ ਸક્ષਮ ਹੈ ਔਰ ਆਪ ਗਰੀਬ ਨਵਾਜ ਨੇ ਆਪਣੀ ਰਸਨਾ ਤੋਂ ਬ੍ਰਹਮ ਗਿਆਨ ਦੀ ਸ਼ੁਭ ਬਾਣੀ ਉਚਾਰਨ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਬਣਾਇਆ, ਜੋ ਅੱਜ ਵੀ ਅਨੰਤ ਸਿੱਖਾਂ ਨੂੰ ਬ੍ਰਹਮ ਗਿਆਨ ਬਖਸ਼ਿਸ਼ ਕਰਕੇ ਨਿਹਾਲ ਕਰ ਰਹੇ ਹਨ। ਸੋ ਐਸੇ ਧਣੀ ਹੈ ਬ੍ਰਹਮ ਗਿਆਨ ਦੇ ਗਰੀਬ ਨਵਾਜ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ। ਤਿਮ ਸ੍ਰੀ ਹਰਿਗੋਬਿੰਦ ਵੀਰਾ। ਇਸੇ ਪ੍ਰਕਾਰ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਸੂਰਬੀਰ ਯੋਧੇ ਹੈ ਗਰੀਬ ਨਵਾਜ ਜੀ। ਅਸ਼ਟਮ ਭਏ ਅਰੂਪੰ। ਇਸ ਤਰੀਕੇ ਨਾਲ ਉਰ ਨਿਸ਼ਚਾ ਤਥਾ ਗਹੀਰਾ, ਹਿਰਦੇ ਦਾ ਜੋ ਨਿਸ਼ਚਾ ਹੈ ਉਸੇ ਤਰੀਕੇ ਨਾਲ ਡੂੰਘਾ ਹੈ, ਅਥਾਹ ਹੈ। ਪਰ ਵਿਰਤ ਰਾਖਬੋ ਦਲ ਕੋ। ਜਿਮ ਪੰਚ ਹੋ ਸ਼ਾਂਤ ਸਰੂਪੰ, ਜਿਵੇਂ ਪਹਿਲਾਂ ਪੰਜੇ ਸਰੂਪ ਸ਼ਾਂਤ ਹੋਏ ਗਰੀਬ ਨਵਾਜ ਗੁਰੂ ਸਾਹਿਬਾਨ ਦੇ। ਅਸ਼ਟਮ ਭਏ ਅਰੂਪੰ। ਇਸੇ ਤਰੀਕੇ ਨਾਲ ਉਪਮਾ ਤੋਂ ਰਹਿਤ ਹੋਏ ਛੇਵੇਂ ਸਰੂਪ ਗਰੀਬ ਨਵਾਜ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਪਰ ਵਿਰਤ ਰਾਖਬੋ ਦਲ ਕੋ। ਪ੍ਰਵਿਰਤੀ ਦੇ ਵਿੱਚ ਰਹਿੰਦੇ ਐ, ਦਲ ਨੂੰ ਰੱਖਣਾ ਸੂਰਮਿਆਂ ਦੀ ਫੌਜ ਬਣਾ ਕਰਕੇ ਰੱਖਦੇ ਆ ਜੀ। ਭਟ ਕਰਨ ਬਟੋਰਨ ਬਲ ਕੋ। ਸੂਰਮਿਆਂ ਨੂੰ ਇਕੱਠੇ ਕਰਕੇ ਬਲ ਕਰਨਾ, ਜੋਰ ਕਰਨਾ, ਸ਼ਸਤਰ ਵਿਦਿਆ ਦਾ ਅਭਿਆਸ ਕਰਨਾ ਨਿਤ ਦੀ ਕਿਰਿਆ ਹੈ। ਤੁਰਕੇਸ਼ਰ ਕੋ ਬੜ ਝੀਰਾ। ਇਉਂ ਫੌਜ ਸਾਜ ਕੇ ਵੱਡਾ ਝਗੜਾ ਕੀਤਾ, ਜੰਗ ਕੀਤਾ ਹੈ ਤੁਰਕਾਂ ਦੇ ਈਸ਼ਰ ਰਾਜੇ ਦੇ ਨਾਲ, ਬਾਦਸ਼ਾਹ ਦੇ ਨਾਲ। ਕਰਨੋ ਖੀਰ ਬਖੀਰਾ। ਔਰ ਹਰ ਰੋਜ਼ ਬਾਦਸ਼ਾਹ ਦੇ ਨਾਲ ਨਿਤ ਵਖੇੜਾ ਕਰਨਾ, ਜੰਗ ਲੜਨੀ, ਦਬਣਾ ਨਹੀਂ। ਆਪ ਗਰੀਬ ਨਵਾਜ ਸੱਚੇ ਪਾਤਸ਼ਾਹ ਆਜ਼ਾਦ ਮਤੇ ਦੇ ਹਨ ਔਰ ਬੇਅੰਤ ਸਿੱਖਾਂ ਨੂੰ ਆਜ਼ਾਦੀ ਦਾ ਨਿਸ਼ਚਾ ਦਰੜਾ ਰਹੇ ਆ ਜੀ। ਬਹੁਤ ਸੰਗਰਾਮ ਮਚਾਏ। ਜੰਗ ਲੜ ਕਰਕੇ ਬੇਅੰਤ ਵੈਰੀਆਂ ਦਾ ਵਿਨਾਸ਼ ਕੀਤਾ। ਪੁਰਸ਼ਾਰਥ ਕਰੇ ਕਰਾਏ। ਆਪ ਪੁਰਸ਼ਾਰਥ ਕੀਤਾ ਹੈ, ਜੋਰ ਕੀਤਾ ਹੈ, ਆਪਣੇ ਸਿੱਖਾਂ ਦੇ ਪਾਸੋਂ ਕਰਵਾ ਰਹੇ ਹੈ। ਪਰ ਨਿਸ਼ਚਾ ਗਿਆਨ ਮਹਾਨ। ਔਰ ਪਰ ਹਿਰਦੇ ਦਾ ਜੋ ਨਿਸ਼ਚਾ ਹੈ ਉਹ ਅਪਰੋਕਸ਼ ਦ੍ਰਿੜ ਬ੍ਰਹਮ ਗਿਆਨ ਦੇ ਵਿੱਚ ਹੈ ਮਹਾਨ। ਸਭ ਹਿਨ ਕੈ ਏਕਮ ਸਮਾਨਾ। ਸਾਰੇ ਗਰੀਬ ਨਵਾਜ ਗੁਰੂ ਸਾਹਿਬ ਦੇ ਤਾਂ ਹੀ ਇੱਕ ਸਮਾਨ ਹੀ ਹੈ। ਪੈਂਦੇ ਖਾਂ ਵੀ ਪਠਾਨ ਹੈ, ਤੁਰਕ ਹੈ, ਵਜ਼ੀਰ ਖਾਨ ਸਤਿਗੁਰਾਂ ਦਾ ਸਿੱਖ ਬਣਿਆ ਹੋਇਆ, ਹੋਰ ਵੀ ਬੇਅੰਤ ਹੈ ਜਿਨ੍ਹਾਂ ਨੂੰ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਨਿਹਾਲ ਕੀਤਾ। ਜੋ ਸ਼ੁਭ ਮਤੇ ਦੀ ਲੁਕਾਈ ਹੈ ਉਹਨਾਂ ਨੂੰ ਗਰੀਬ ਨਵਾਜ ਇੱਕ ਦ੍ਰਿਸ਼ਟੀ ਦੇ ਨਾਲ ਹੀ ਵੇਖਦੇ ਆ, ਕਿਸੇ ਪ੍ਰਕਾਰ ਦੀ ਕੋਈ ਈਰਖਾ ਨਹੀਂ ਮਨ ਵਿੱਚ। ਕਾ ਸਮਾਂ ਬਤਾਇਓ। ਇਸ ਤਰੀਕੇ ਦੇ ਨਾਲ ਕਿੰਨਾ ਕੁ ਸਮਾਂ ਗਰੀਬ ਨਵਾਜ ਨੇ ਬਤੀਤ ਕੀਤਾ। ਸੁਭ ਮਾਘ ਮਾਸ ਤਬ ਆਇਓ। ਉਸ ਸਮੇਂ ਕਹਿੰਦੇ ਮਾਘ ਦਾ ਜੋ ਸ਼ੁਭ ਮਹੀਨਾ ਹੈ ਇਹ ਆ ਗਿਆ ਹੈ। ਇਕ ਲਾਲ ਚੰਦ ਮਨ ਆਨੀ। ਜਦੋਂ ਵੇਖਿਆ ਹੈ ਇਸ ਮਹੀਨੇ ਦਾ ਆਇਆ, ਉਸ ਸਮੇਂ ਲਾਲ ਚੰਦ ਜੀ ਨੇ ਆਪਣੇ ਹਿਰਦੇ ਵਿੱਚ ਇਹ ਗੱਲ ਲਿਆਂਦੀ। ਦਾਰਾ ਸੰਗ ਬਖਾਨੀ। ਆਪਣੀ ਦਾਰਾ ਘਰ ਵਾਲੀ ਦੇ ਨਾਲ ਕਹਿਣ ਲੱਗਾ ਹੈ ਨਿਜ ਤਨੁਜਾ ਗੁਜਰੀ ਕੇਰਾ। ਕਿ ਸਾਡੀ ਜੋ ਸੁਪੁੱਤਰੀ ਹੈ
ਬੀਬੀ ਗੁਜਰੀ ਜੀ। ਵਿਆਹਨਾ ਸਮਾ ਅਸ਼ੀਰਾ ਇਹਨਾਂ ਦੇ ਆਨੰਦ ਕਾਰਜ ਕਰਨ ਦਾ, ਵਿਆਹ ਕਰਨ ਦਾ ਹੁਣ ਯੋਗ ਸਮਾਂ ਹੈ। ਦੀਜੈ ਹੋਰ ਅਬਲਾਖਾ ਜੇ ਹਿਰਦੇ ਦੇ ਵਿੱਚ ਇੱਛਾ ਹੈ ਤੇ ਕਰ ਦੇਣਾ ਕਰੋ ਇਸ ਦਾ ਆਨੰਦ ਕਾਰਜ। ਹੁਣ ਬਿਸ਼ਨਾ ਕੋਇਰਾ ਬਾਜ ਭਾਖਾ ਸੁਣ ਕਰਕੇ ਮਾਤਾ ਬਿਸ਼ਨ ਕੋਇਰ ਜੀ, ਜੋ ਮਾਤਾ ਗੁਜਰੀ ਜੀ ਦੇ ਮਾਤਾ ਜੀ ਹੈ, ਸਤਿਕਾਰਯੋਗ ਬਾਬਾ ਲਾਲ ਚੰਦ ਜੀ ਦੇ ਸੁਪਤਨੀ, ਇਹਨਾਂ ਨੇ ਅੱਗੋਂ ਬਚਨ ਕਿਹਾ ਹੈ ਇਸ ਪ੍ਰਕਾਰ। ਇਹ ਤੋਹੇ ਮਨੋਰਥ ਆਸ਼ਾ ਕਹਿਣ ਲੱਗੇ, ਇਹ ਪਤੀ ਪਰਮੇਸ਼ਰ ਜੀ, ਇਹ ਤੁਹਾਡਾ ਜਿਹੜਾ ਮਨੋਰਥ ਹੈ, ਹਿਰਦੇ ਦੀ ਇੱਛਾ, ਇਹ ਚੰਗੀ ਹੈ, ਯੋਗ ਹੈ। ਹੋਰ ਮਹਿ ਦੀਰਘ ਬਾਸ਼ਾ ਇਹ ਮੇਰੇ ਵੀ ਹਿਰਦੇ ਦੀ ਬਹੁਤ ਭਾਰੀ ਇੱਛਾ ਹੈ, ਮੈਂ ਵੀ ਮਹਿਸੂਸ ਕਰਦੀ ਹਾਂ ਵੀ ਇਹ ਆਨੰਦ ਕਾਰਜ ਹੋ ਜਾਣਾ ਚਾਹੀਦਾ ਹੁਣ ਸਾਡੀ ਧੀ ਦਾ। ਕਰਦੀ ਹੋ ਬਿਲੰਬ ਨਾ ਕੀਜੈ ਕਰ ਦੇਣਾ ਕਰੋ ਇਸ ਆਨੰਦ ਕਾਰਜ ਦੇ, ਤਾਈ ਹੁਣ ਦੇਰ ਨਾ ਲਾਵੋ ਹਿਰਦੇ ਵਿੱਚ। ਲਿਖ ਸਾਹਾ ਗੁਰ ਕੋ ਦੀਜੈ ਲਿਖ ਕਰਕੇ ਸਾਹਾ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਸ ਭੇਜ ਦੇਣਾ ਕਰੀਏ। ਮਸਲਤਾ ਬਿਪਰ ਬੁਲਾਇਓ ਇਉਂ ਕਰ ਕਰਕੇ ਮਸਲਤ ਸਲਾਹ ਦੇ ਤਾਈ, ਜੋ ਪ੍ਰੋਹਤ ਸੀ ਕੁਲ ਦਾ, ਉਸ ਦੇ ਤਾਈ ਬੁਲਾ ਲਿਆ ਹੈ ਜੀ। ਸਾਹਾ ਤਬਹਿ ਸੋਧਾਇਓ ਔਰ ਉਸ ਸਮੇਂ ਕਰਕੇ ਸਾਹਾ, ਜੋ ਉਸ ਸਮੇਂ ਦੇ ਰੇਤ ਸੀ, ਉਸ ਸਮੇਂ ਦੇ ਮੁਤਾਬਕ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਸੁਧਾ ਲਈ ਹੈ। ਇਹ ਉਹ ਬ੍ਰਾਹਮਣਵਾਦੀ ਰੇਤ ਨਹੀਂ ਹੈ, ਇਸ ਦਾ ਖੰਡਨ ਕਰ ਦਿੱਤਾ ਹੈ ਗਰੀਬ ਨਵਾਜ ਗੁਰੂ ਰਾਮਦਾਸ ਜੀ ਨੇ ਸ਼ੁਭ ਲਾਵਾਂ ਉਚਾਰਨ ਕਰਕੇ। ਔਰ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵੀ। ਇਸ ਦਾ ਸਬੂਤ ਹੈ ਜੋ ਬੀਬੀ ਵੀਰੋ ਦਾ ਜਿੱਥੇ ਆਨੰਦ ਕਾਰਜ ਹੋਇਆ ਸੀ ਸਤਿਗੁਰਾਂ ਦੇ ਸਪੁੱਤਰੇ ਦਾ, ਝਬਾਲ ਨਗਰ ਵਿੱਚ, ਉੱਥੋਂ ਦਾ ਇਤਿਹਾਸ ਪੜ੍ਹੀਏ ਸੁਣੀਏ। ਉੱਥੇ ਲਿਖਿਆ ਹੋਇਆ ਹੈ ਕਿ ਇੱਥੇ ਗਰੀਬ ਨਵਾਜ ਨੇ 4 ਲਾਵਾਂ ਪੜ੍ਹ ਕਰਕੇ ਆਨੰਦ ਕਾਰਜ ਕਰਵਾਇਆ ਸੀ। ਸੋ ਜੋ ਗੁਰੂ ਕੀ ਮਰਿਆਦਾ ਹੈ ਉਸ ਦੇ ਮੂਜਬ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕੀਤਾ ਹੈ ਜੀ। ਫਲਗਣ ਨੌਮੀ ਆਵੈ ਕਹਿਣ ਲੱਗੇ, ਜਦੋਂ ਫੱਗਣ ਮਹੀਨੇ ਦੀ 9ਵੀਂ ਤਰੀਕ ਆਏਗੀ, ਥਿਤ ਆਏਗੀ, ਤਬ ਵਿਆਹ ਰਚੋ ਸੁਖ ਪਾਵੈ ਉਸ ਸਮੇਂ ਆਪਾਂ ਜਿਹੜਾ ਆਨੰਦ ਕਾਰਜ ਹੈ ਇਹ ਰਚਾਂਗੇ, ਜੋ ਸੁਖਦਾਈ ਹੋਏਗਾ ਸਭ ਦੇ ਤਾਈਂ। ਲਿਖ ਕਾਗਦ ਬਿਪਰ ਪਠਾਇਓ ਲਿਖ ਕਰਕੇ ਇੱਕ ਪੱਤਰੀ ਪ੍ਰੋਹਤ ਦੇ ਤਾਈਂ ਭੇਜ ਦਿੱਤਾ ਹੈ। ਚੱਲ ਸਤਿਗੁਰ ਕੇ ਢਿਗੇ ਆਇਓ ਉਹ ਚੱਲ ਕਰਕੇ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਸ ਆ ਗਿਆ ਜੀ। ਕਹਿ ਆਸਖ ਬੈਠ ਸੁਣਾਵਾ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਤਾਈਂ ਅਸ਼ੀਸ਼ ਕਹੀ ਇਸ ਨੇ। ਇਹ ਉਸ ਸਮੇਂ ਦਾ ਰਿਵਾਜ ਸੀ, ਜਿਹੜੇ ਧਾਰਮਿਕ ਪੁਰਸ਼ ਇਉਂ ਲੈ ਕਰਕੇ ਆਉਂਦੇ ਸੀ ਸਾਹੇ, ਉਹ ਦੇਣ ਵਾਲੇ ਨੂੰ ਪਹਿਲਾਂ ਜਾ ਕੇ ਅਸ਼ੀਸ਼ਾਂ ਦਿੰਦੇ ਸੀ। ਇਹ ਧਾਰਮਿਕ ਪੁਰਸ਼ ਦਾ ਫਰਜ਼ ਹੁੰਦਾ ਹੈ, ਮਨ ਸ਼ਾਂਤ ਰੱਖ ਕੇ ਜਿਹੜਾ ਉਹਦੇ ਪਾਸ ਆਵੇ ਉਹਨੂੰ ਵੀ ਅਸ਼ੀਸ਼ ਦਵੇ, ਜੇ ਉਹ ਕਿਸੇ ਦੇ ਪਾਸ ਜਾਵੇ ਤੇ ਉਹਨੂੰ ਵੀ ਸ਼ੁਭ ਅਸ਼ੀਸ਼ ਦਵੇ। ਇਹ ਪੁਰਾਣੇ ਸਮੇਂ ਦੀ ਰੀਤੀ ਸੀ। ਸੋ ਇਹ ਰੀਤੀ ਇਸ ਨੇ ਨਿਭਾਈ ਹੈ। ਔਰ ਜੋ ਸੁਨਾਹ ਹੈ ਦਿੱਤਾ ਹੋਇਆ ਬਾਬਾ ਲਾਲ ਚੰਦ ਜੀ ਦਾ, ਉਹ ਸੁਣਾਇਆ ਹੈ। ਸਾਹਾ ਲੈ ਕਰ ਆਵਾ ਕਹਿਣ ਲੱਗਾ, ਜੀ ਮੈਂ ਸਾਹਾ ਲੈ ਕਰਕੇ ਆਇਆ ਮਾਤਾ ਗੁਜਰੀ ਜੀ ਔਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ੁਭ ਆਨੰਦ ਕਾਰਜ ਦਾ। ਸੋ ਇੱਥੋਂ ਤੱਕ ਇਹ ਗੁਰੂ ਇਤਿਹਾਸ ਦੀ ਵਿਚਾਰ ਆਈ ਹੈ। ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੇ ਖਿਮਾ ਬਖਸ਼ਣੀ, ਅੱਗੇ ਤੋਂ ਸ੍ਰੇਸ਼ਟ ਮਤ ਬਖਸ਼ਿਸ਼ ਕਰਕੇ ਨਿਹਾਲ ਕਰਨਾ। 2 ਪੰਕਤੀਆਂ ਪੜ੍ਹ ਕੇ ਸਮਾਪਤੀ ਹੈ। ਅੱਗੇ ਜਿਵੇਂ ਇਤਿਹਾਸ ਦੀ ਵਿਚਾਰ ਆਏਗੀ ਆਪਾਂ ਸ਼ਰਵਣ ਕਰਾਂਗੇ। ਕਹਿ ਆਸਖ ਬੈਠ ਸੁਣਾਵਾ ਮੈਂ ਸਾਹਾ ਲੈ ਕਰ ਆਵਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।